ਤੁਸੀਂ ਦੇਖ ਰਹੇ ਹੋ ਜੀਡੀਪੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੂੰਬਾ। ਦੋਸਤੋ, ਸਾਡੇ ਦੇਸ਼ ਦੀ ਇਹ ਤਰਾਸਦੀ ਰਹੀ ਹੈ ਕਿ ਜਦੋਂ ਤੋਂ ਅਸੀਂ ਆਜ਼ਾਦ ਹੋਏ ਹਾਂ ਬਹੁਤ ਸਾਰੇ ਕਾਨੂੰਨ ਇਦਾਂ ਦੇ ਬਣੇ ਹੋਏ ਨੇ ਜਿਹੜੇ ਕਿ ਅੱਜ ਤੱਕ ਲਾਗੂ ਨਹੀਂ ਹੋ ਸਕੇ ਔਰ ਹੌਲੀ ਹੌਲੀ ਕਰਕੇ ਜਾਂ ਸਰਕਾਰਾਂ ਵੱਲੋਂ ਲਾਗੂ ਕੀਤੇ ਜਾ ਰਹੇ ਆ। ਜਿਸ ਤਰ੍ਹਾਂ ਮੈਂ ਉਦਾਹਰਨ ਦੇਣੀ ਚਾਹੂੰਗਾ ਪੰਚਾਇਤੀ ਰਾਜ ਐਕਟ ਦੀ, ਜਿਹੜਾ ਕਿ ਦੇਸ਼ ਦੇ ਆਜ਼ਾਦ ਹੋਣ ਤੋਂ ਪਹਿਲਾਂ ਹੀ ਹੋਣ ਦੇ ਵਿੱਚ ਆ ਚੁੱਕਿਆ ਸੀ, ਪਰ ਉਹਨੂੰ ਲਾਗੂ ਹੈ ਜਿਹੜਾ ਜਾ ਕੇ 1994 ਦੇ ਵਿੱਚ ਜਾਣੀ ਦੀ 47 ਸਾਲ ਬਾਅਦ ਕੀਤਾ ਗਿਆ। ਇਸੇ ਤਰ੍ਹਾਂ ਜੇਕਰ ਆਪਾਂ ਪੰਜਾਬ ਭਾਸ਼ਾ ਐਕਟ ਦੀ ਗੱਲ ਕਰੀਏ, ਸੋ ਭਾਸ਼ਾ ਐਕਟ ਜਿਹੜਾ ਹੈ 1965 ਦੇ ਵਿੱਚ ਬਣਿਆ ਹੋਇਆ ਪੰਜਾਬੀ ਭਾਸ਼ਾ ਐਕਟ, ਪਰ ਉਹ ਲਾਗੂ ਹਲੇ ਤੱਕ ਨਹੀਂ ਹੋਇਆ। ਕਹਿਣ ਤੋਂ ਭਾਵ ਕੀ ਹੈ ਕਿ ਉਹਦੀਆਂ ਜੋ ਐਕਟ ਦੀਆਂ ਮਦਾਂ ਨੇ ਉਹਨਾਂ ਨੂੰ ਹਲੇ ਤੱਕ ਵੀ ਜਿਹੜਾ ਸਰਕਾਰ ਲਾਗੂ ਕਰਨ ਤੋਂ ਭੱਜ ਰਹੀ ਹੈ। ਇਸੇ ਤਰ੍ਹਾਂ ਦੀ ਇੱਕ ਯੋਜਨਾ ਜਿਹੜੀ ਕਿ ਕਾਂਗਰਸ ਸਰਕਾਰ ਵੱਲੋਂ, ਮਨਮੋਹਨ ਸਰਕਾਰ ਵੱਲੋਂ ਲੈ ਕੇ ਆਂਦੀ ਗਈ, ਜਿਹੜੀ ਕਿ ਜਿਹਨੂੰ ਪਹਿਲਾਂ ਨਰੇਗਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀਗਾ ਤੇ ਅੱਜ ਕੱਲ੍ਹ ਮਗ ਨਰੇਗਾ ਦੇ ਨਾਂ ਨਾਲ ਜਾਣਿਆ ਜਾਂਦਾ, ਜਿਸ ਦਾ ਪੂਰਾ ਮਤਲਬ ਹੈ ਕਿ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਅੰਪਲਾਈਮੈਂਟ ਗਰੰਟੀ। ਸੋ ਇਹ ਜਿਹੜਾ ਉਸ ਸਕੀਮ ਦਾ ਪੂਰੀ ਦਾ ਨਾਂ ਹੈ। ਸੋ ਉਹਦੇ ਵਿੱਚ ਹੀ ਜਿਹੜਾ ਲੋਕਾਂ ਨੂੰ 100 ਦਿਨ ਦਾ ਰੁਜ਼ਗਾਰ ਦੇਣ ਦਾ ਪ੍ਰਾਵਧਾਨ ਸੀਗਾ ਔਰ ਉਹ ਰੁਜ਼ਗਾਰ ਹੈ ਦਿੱਤਾ ਜਾਂਦਾ ਕਿ ਨਹੀਂ ਦਿੱਤਾ ਜਾਂਦਾ, ਜਾਂ ਉਹਨਾਂ ਇਸ ਐਕਟ ਦੇ ਵਿੱਚ ਜੋ ਜੋ ਮਦਾਂ ਸ਼ਾਮਲ ਨੇ ਉਹ ਪੂਰੀ ਤਰ੍ਹਾਂ ਇੰਪਲੀਮੈਂਟ ਸਟੇਟਾਂ ਵੱਲੋਂ ਕੀਤੀਆਂ ਜਾਂਦੀਆਂ ਕਿ ਨਹੀਂ ਜਾਂਦੀਆਂ। ਸੋ ਇਹਦੀ ਐਨਾਲਿਸਿਸ ਕਰਨ ਵਾਸਤੇ, ਇਹਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਾਸਤੇ ਸੋ ਇੱਕ ਲੋਕਪਾਲ ਦਾ ਅਹੁਦਾ ਜਿਹੜਾ ਨਰੇਗਾ ਦੇ ਵਿੱਚ ਰੱਖਿਆ ਗਿਆ ਸੀ, ਜਿਹੜਾ ਕਿ ਬੜੇ ਲੰਮੇ ਸਮੇਂ ਬਾਅਦ ਜਾ ਕੇ ਪਿਛਲੇ ਸਾਲ 2023 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜਾ ਲਾਗੂ ਕੀਤਾ ਗਿਆ। ਕਹਿਣ ਤੋਂ ਭਾਵ ਕੀ ਹੈ ਕਿ ਜ਼ਿਲ੍ਹਿਆਂ ਦੇ ਵਿੱਚ ਲੋਕਪਾਲ ਦਾ ਇੱਕ ਅਜਿਹਾ ਅਹੁਦਾ ਹੈ ਜਿਹੜਾ ਹਰ ਜ਼ਿਲ੍ਹੇ ਦੇ ਵਿੱਚ ਹੋਣਾ ਜ਼ਰੂਰੀ ਹੈ ਔਰ ਜਿੰਨੀਆਂ ਵੀ ਨਰੇਗਾ ਦੇ ਨਾਲ ਸੰਬੰਧਿਤ ਸ਼ਿਕਾਇਤਾਂ ਨੇ ਉਹ ਲੋਕਪਾਲ ਨੇ ਡੀਲ ਕਰਨੀਆਂ ਹੁੰਦੀਆਂ। ਸੋ ਇਹ ਜਿਹੜੀ ਸਕੀਮ ਤਾਂ ਬੜੀ ਦੇਰ ਦੀ ਹੈ, ਜਦੋਂ ਦੀ ਨਰੇਗਾ ਐਕਟ ਆਇਆ ਹੈ ਉਦੋਂ ਦੀ ਇਹ ਜਿਹੜਾ ਲੋਕਪਾਲ ਰੱਖਣ ਬਾਰੇ ਵੀ ਜਿਹੜਾ ਪ੍ਰਾਵਧਾਨ ਰੱਖਿਆ ਗਿਆ ਸੀ, ਪਰ ਪੰਜਾਬ ਸਰਕਾਰ ਨੇ ਪਿਛਲੇ ਸਾਲ ਜਾ ਕੇ ਜਿਹੜੀਆਂ ਇਹ ਪੋਸਟਾਂ ਫਿਲ ਕੀਤੀਆਂ ਔਰ ਪੋਸਟਾਂ ਫਿਲ ਕਰਨ ਤੋਂ ਬਾਅਦ ਉਹਨਾਂ ਦੇ ਕੀ ਹਾਲਾਤ ਨੇ ਇਹ ਜਾਣਨ ਲਈ ਅੱਜ ਅਸੀਂ ਫਰੀਦਕੋਟ ਪਹੁੰਚੇ ਹਾਂ। ਸੋ ADC ਡਿਵੈਲਪਮੈਂਟ ਆਫਿਸ ਦੇ ਵਿੱਚ ਬਾਹਰ ਅਸੀਂ ਖੜੇ ਹਾਂ ਔਰ ਤੁਹਾਨੂੰ ਜਿਹੜਾ ਨਰੇਗਾ ਲੋਕਪਾਲ ਹੈ ਉਹਨਾਂ ਦੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਵੀ ਉਹਨਾਂ ਦੀ ਇਹ ਸਕੀਮ ਹੈ ਜਿਹੜੀ ਉਹ ਕਿਵੇਂ ਚੱਲ ਰਹੀ ਹੈ। ਕਿਉਂਕਿ ਪ੍ਰੈਸ ਦਾ ਕੰਮ ਇਹੀ ਹੁੰਦਾ, ਮੀਡੀਆ ਦਾ ਕੰਮ ਇਹੀ ਹੁੰਦਾ ਕਿ ਜੋ ਸਰਕਾਰ ਦੀਆਂ ਸਕੀਮਾਂ ਚੱਲ ਰਹੀਆਂ ਉਹ ਜਿਹੜਾ ਉਹਨਾਂ ਦੀ ਕੀ ਆਊਟਪੁੱਟ ਹੈ ਉਹ ਲੋਕਾਂ ਦੇ ਵਿੱਚ ਜ਼ਰੂਰ ਰੱਖਣੀ ਚਾਹੀਦੀ ਹੈ। ਸੋ ਆਓ ਤੁਹਾਨੂੰ ਫਰੀਦਕੋਟ ਦੇ ਜਿਹੜੇ ਲੋਕਪਾਲ ਨੇ ਉਹਨਾਂ ਦੇ ਨਾਲ ਮਿਲਾਈਏ, ਉਹਨਾਂ ਦੇ ਕੀ ਅਧਿਕਾਰ ਨੇ, ਉਹ ਕੀ ਕਰ ਸਕਦੇ ਨੇ, ਜਾਂ ਉਹ ਸਰਕਾਰ ਉਹਨਾਂ ਨੂੰ ਕਰਨ ਦੇ ਵੀ ਰਹੀ ਹੈ ਜਾਂ ਨਹੀਂ ਦੇ ਰਹੀ, ਇਹ ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਆਓ ਆਪਾਂ ਤੁਹਾਨੂੰ ਨਰੇਗਾ ਲੋਕਪਾਲ ਨਾਲ ਮਿਲਾਈਏ। ਸੋ ਆਪਾਂ ਪਹੁੰਚ ਚੁੱਕੇ ਹਾਂ ADC ਡਿਵੈਲਪਮੈਂਟ ਆਫਿਸ, ਜਿੱਥੇ ਕਿ ਨਰੇਗਾ ਲੋਕਪਾਲ ਹੈ ਜਿਹੜੇ ਉਹਨਾਂ ਦੀ ਸਿਟਿੰਗ ਹੁੰਦੀ ਹੈ। ਸਾਹਮਣੇ ਤੁਹਾਨੂੰ ਦੇਖ ਰਿਹਾ ਹੋਵੇਗਾ ਰਣਬੀਰ ਸਿੰਘ ਬਤਾਨ, ਜੋ ਕਿ ਨਰੇਗਾ ਦੇ ਲੋਕਪਾਲ ਨੇ, ਉਹਨਾਂ ਦਾ ਕਮਰਾ ਹੈ ਔਰ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਸ ਸਕੀਮ ਬਾਰੇ ਵੱਧ ਤੋਂ ਵੱਧ ਜਾਣਕਾਰੀ ਲੋਕਾਂ ਨੂੰ ਮਿਲੇ। ਆਓ ਜੀ। ਹਾਂਜੀ ਸਰ। ਨਮਸਕਾਰ ਜੀ। नमस्कार। ਹੋਰ ਤਾਂ ਠੀਕ ਠਾਕ ਹੋ ਜੀ? वेलकम सर, वेलकम। मैं GDP न्यूज़ ਤੋਂ ਮਹਿੰਦਰਪਾਲ ਲੂੰਬਾ ਜੀ। हाँ जी, हाँ महेंद्र जी, वेलकम, स्वागत है। ਥੈਂਕ ਯੂ ਸਰ, ਥੈਂਕ ਯੂ ਸਰ। ਅਸੀਂ ਅੱਜ ਤੁਹਾਡੇ ਕੋਲ ਆਏ ਹਾਂ ਜਾਣਕਾਰੀ ਲੈਣ ਵਾਸਤੇ ਕੁਝ ਜਿਹੜਾ ਨਰੇਗਾ ਲੋਕਪਾਲ ਜੋ ਕਿ ਪਿਛਲੇ ਸਾਲ ਹੀ ਜ਼ਿਆਦਾਤਰ ਰੱਖੇ ਗਏ ਸਰਕਾਰ ਵੱਲੋਂ ਪੰਜਾਬ ਦੇ ਵਿੱਚ। जी जी। ਸੋ ਇਹਦੇ ਕੰਮਕਾਰ ਕਰਨ ਦੇ ਢੰਗ ਤਰੀਕਿਆਂ ਬਾਰੇ ਤੇ ਤੁਹਾਡੇ ਅਧਿਕਾਰਾਂ ਬਾਰੇ ਜਾਂ ਆਮ ਪਬਲਿਕ ਲਈ ਜਿਹੜੀਆਂ ਜ਼ਰੂਰੀ ਗੱਲਾਂ ਹੈਗੀਆਂ ਉਹਨਾਂ ਬਾਰੇ ਗੱਲਬਾਤ ਕਰਨ ਲਈ ਤੁਹਾਡੇ ਕੋਲ ਆਏ ਹਾਂ ਜੀ। ਸੋ ਅਸੀਂ ਪਹੁੰਚ ਚੁੱਕੇ ਹਾਂ ਲੋਕਪਾਲ ਫਰੀਦਕੋਟ ਦੇ ਦਫ਼ਤਰ ਦੇ ਵਿੱਚ, ਜੋ ਕਿ ADC ਡਿਵੈਲਪਮੈਂਟ ਆਫਿਸ ਦੇ ਵਿੱਚ ਸਥਿਤ ਹੈ। ਤੋ ਸਾਡੇ ਨਾਲ ਨੇ ਰਣਬੀਰ ਸਿੰਘ ਬਤਾਨ ਜੀ, ਜੋ ਕਿ ਲੋਕਪਾਲ ਨੇ ਫਰੀਦਕੋਟ ਤੋਂ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਰ GDP ਨਿਊਜ਼ ਤੇ ਜੀ। धन्यवाद, बहुत बहुत धन्यवाद। थैंक यू सर।
ਸਰ ਜ਼ਿਆਦਾਤਰ ਪੋਸਟਾਂ ਜਿਹੜੀਆਂ ਲੋਕਪਾਲ ਦੀਆਂ 2023 ਦੇ ਵਿੱਚ ਭਰੀਆਂ ਗਈਆਂ। ਹਾਂਜੀ ਹਾਂ। ਹਾਂਜੀ, ਜਦ ਕਿ ਐਕਟ ਬੜੀ ਦੇਰ ਦਾ ਜਿਹੜਾ ਲਾਗੂ ਹੋਇਆ ਸੋ ਇਹ ਹੁਣ ਹੀ ਕਿਉਂ ਕਰਨਾ ਪਿਆ ਸਰਕਾਰ ਨੂੰ, ਜਦ ਕਿ ਇਹਦਾ ਪ੍ਰੋਵੀਜ਼ਨ ਬੜੀ ਦੇਰ ਦਾ ਹੈ। क्योंकि भारत बड़ा देश है और कोई भी बहुत सी चीज़ें वो धीरे धीरे इम्प्लीमेंट होती हैं। तो धीरे धीरे जैसे मनरेगा जो स्कीम लागू हुई, तो धीरे धीरे जब इसके अंदर काफ़ी समस्यावां आनियां शुरू हुईयां, तो सरकार ਨੂੰ ਨੋਟ ਕੀਤਾ ਇਹ ਜ਼ਰੂਰਤ ਮਹਿਸੂਸ ਹੋਈ ਕਿ ਵੀ ਲੋਕਪਾਲ ਨੂੰ ਜਲਦੀ ਸੇ ਜਲਦੀ ਨਿਯੁਕਤ ਕੀਤਾ ਜਾਏ ਤਾਂ ਕਿ ਲੋਕਾਂ ਦੀ ਜੋ ਸਮੱਸਿਆਵਾਂ ਆ ਰਹੀਆਂ ਉਹਨੂੰ ਸੋਲਵ ਕੀਤਾ ਜਾ ਸਕੇ। ਸਰ ਇਹ ਵੀ ਪਤਾ ਲੱਗਿਆ ਸੀ ਕਿ ਜਿਹੜੇ ਨਰੇਗਾ ਦੇ ਸਾਰੇ ਪ੍ਰੋਵੀਜ਼ਨਸ ਨੂੰ ਲਾਗੂ ਕਰਨ ਵਾਸਤੇ ਸਰਕਾਰ ਨੇ ਸਟੇਟ ਗਵਰਨਮੈਂਟਸ ਨੂੰ ਇੱਕ ਅਲਟੀਮੇਟਮ ਦਿੱਤਾ ਸੀ, ਨਹੀਂ ਤਾਂ ਤੁਹਾਡਾ ਫੰਡ ਰੋਕ ਦਿੱਤਾ ਜਾਊਗਾ। ਕੀ ਇਹ ਉਹਦੇ ਅੰਡਰ ਤਾਂ नहीं होया? हाँ नहीं, ये भी है क्योंकि जैसे कि सभी स्टेट्स में अलग अलग सरकारें होंगी हैं। तो सेंट्रल गवर्नमेंट ने एक नोटिफिकेशन दिता सीगा सभी राज्यों ਨੂੰ कि ਤੁਸੀਂ 80% ਲੋਕਪਾਲ ਦੀ ਨਿਯੁਕਤੀ ਜਲਦੀ ਸੇ ਜਲਦੀ ਕੀਤੀ ਜਾਣ ਤਾਂ ਕਿ ਲੋਕਾਂ ਦੀ ਸਮੱਸਿਆ ਨੂੰ ਸੋਲਵ ਕੀਤਾ ਜਾ ਸਕੇ। ਬਿਲਕੁਲ ਬਿਲਕੁਲ। ਲੋਕਪਾਲ ਇੱਕ ਬੜਾ ਭਾਰੀ ਭਰਕਮ ਜਿਹਾ ਸ਼ਬਦ ਲੱਗਦਾ ਜੀ। ਜਿਸ ਤਰ੍ਹਾਂ ਅੰਨਾ ਅੰਦੋਲਨ ਵੇਲੇ ਤੋਂ ਅਸੀਂ ਇਹਦਾ ਨਾਂ ਸੁਣਨਾ ਸ਼ੁਰੂ ਕੀਤਾ, ਲੋਕਪਾਲ ਬਾਰੇ ਗੱਲਬਾਤ ਹੁੰਦੀ ਰਹੀ। ਉਹ ਲੋਕਪਾਲ ਆ ਜਿਹੜਾ ਉਹ ਗਵਰਨਮੈਂਟ ਲੈਵਲ ਤੇ ਜਿਹੜੇ ਸਾਰੀ ਸਰਕਾਰ ਪੱਧਰ ਤੇ ਜਿਹੜਾ ਭ੍ਰਿਸ਼ਟਾਚਾਰ ਹੁੰਦਾ ਉਹਦੀ ਸੁਣਵਾਈ ਲਈ ਉਹ ਮੰਗ ਕਰ ਰਹੇ ਸੀਗਾ। ਤਾਂ ਇਹ ਨਰੇਗਾ ਦੇ ਵਿੱਚ ਜਿਹੜਾ ਲੋਕਪਾਲ ਦੀ ਜਾਂ ombudsman ਦੀ ਜਿਹੜੀ ਨਿਯੁਕਤੀ ਹੈਗੀ ਹੈ, ਉਹਦੇ ਵਿੱਚ ਜਿਹੜਾ ਮੈਂ ਤੁਹਾਨੂੰ ਪੁੱਛਣਾ ਚਾਹਣਾ ਵੀ ਇਹ ਕਿਹੜੀ ਅਥਾਰਟੀ ਵੱਲੋਂ ਅਪੁਆਇੰਟ ਕੀਤੇ ਜਾਂਦੇ ਆ ਜਾਂ ਤੁਹਾਡੇ ਕੀ ਅਧਿਕਾਰ ਨੇ ਹੈਗੇ ਆ, ਉਹਦੇ ਬਾਰੇ ਜਾਣਕਾਰੀ ਦਿਓ। ਜੋ ਤੁਸੀਂ ਬਿਲਕੁਲ सही ਦੱਸਿਆ है कि लोकपाल दी अन्ना हजारे के आंदोलन के बाद ही लोगों के बीच में के आया कि लोकपाल भ्रष्टाचार या जो शिकायतें होती हैं उनको किमें सोल्व किया जाए, क्योंकि भारत एक इन्ना बड़ा देश है और वेलफेयर स्टेट है। तो लोਕਾਂ ਪ੍ਰਜਾਤੰਤਰ ਹੈ ਸਾਡੇ देश में। तो प्रजातंत्र ਦੇ ਲਈ कि प्रजातंत्र लोगों के लिए ही जो सुविधा दी जानी है स्टेट ਵੱਲੋਂ, तो इसीलिए ही इसनों ये बहुत पहले भी डिमांड की गई ਸੀਗੀ, लेकिन ये इंप्लीमेंट नहीं हुआ ਸੀਗਾ। तो अन्ना हजारे ਦੇ ਅੰਦੋਲਨ ਦੇ ਬਾਅਦ इसकी तरफ ध्यान आया। तो ਹੁਣ सेंट्रल गवर्नमेंट और स्टेट गवर्नमेंट भी सभी डिपार्टमेंट में लोकपालों की नियुक्ति करने जा रही है और कितनी भी गई है। कौन केड़ी अथॉरिटी कर रही है ਤੁਹਾਨੂੰ? जो हमारी जो नियुक्ति है मनरेगा और प्रधानमंत्री आवास योजना, दो योजनाएं हमारे पास है ग्रामीण। तो ये नियुक्ति डिपार्टमेंट ऑफ रूरल डेवलपमेंट जो सेंट MORD के अंदर आता है, और पंचायती राज और ग्रामीण विकास पंजाब सरकार उसके अधीन लोकपाल की नियुक्ति हुई है। और इस नियुक्ति में जो सिलेक्शन टीम होती है, कमेटी होती है, जिस विच अपने जो एडिशनल चीफ सेक्रेटरी डिपार्टमेंट वो होते हैं। इसके साथ मिनिस्ट्री ऑफ रूरल डेवलपमेंट का मेंबर होता है और 2 और मेंबर्स होते हैं इसमें। तो एक कमेटी होती है, कॉन्स्टिट्यूट होती है, तो तब जाके लोकपाल की नियुक्ति की जाती है। ਕਿੰਨੀ ਦੇਰ ਲਈ ਲੋਕਪਾਲ ਨੂੰ ਅਪॉइंट ਕੀਤਾ ਜਾਂਦਾ ਹੈ? लोकपाल की नियुक्ति का टेन्योर होता है, 2 साल का टेन्योर होता है, और उसके बाद 1 साल का और एक्सटेंड होता है। तो मैक्सिमम 4 साल ਦੇ ਲਈ ਲੋਕਪਾਲ ਦੀ ਨਿਯੁਕਤੀ ਕੀਤੀ ਜਾਂਦੀ ਹੈ। ਤੇ ਤੁਹਾਨੂੰ ਹਟਾਉਣ ਦਾ ਅਧਿਕਾਰ ਕਿਹਦੇ ਕੋਲ ਹੈ? हाँ, लोकपाल ਨੂੰ हटाने का अधिकार जो चीफ सेक्रेटरी स्टेट गवर्नमेंट्स होता है उसके पास होता है। और उसके पास जो सिलेक्शन जो कमेटी है, सिलेक्शन कमेटी की रिपोर्ट उसके पास जाएगी। अगर लोकपाल के खिलाफ कोई शिकायत आती है, तो जब लोकपाल की शिकायत चीफ सेक्रेटरी के पास और सिलेक्शन कमेटी उसनों देंगी, तो उसके बाद लोकपाल को भी एक नोटिस जारी होता है कि उसके बारे में अपनी स्टेटमेंट सबमिट करे, तब जाके लोकपाल ਨੂੰ हटाने की प्रक्रिया ਹੁੰਦੀ ਹੈ। ਬਿਲਕੁਲ ਬਿਲकुल ਬਿਲकुल। ਲੋਕ ਤੁਹਾਡੇ ਨਾਲ ਕਿਵੇਂ ਸੰਪਰਕ ਕਰ ਸਕਦੇ ਆ? ਤੁਹਾਡੇ ਕੋਲ ਕੀ ਅਧਿਕਾਰ ਨੇ? ਕਿਹੜੀਆਂ ਸਮੱਸਿਆਵਾਂ ਤੁਸੀਂ ਨਰੇਗਾ ਮਜ਼ਦੂਰਾਂ ਦੀਆਂ ਸੁਣ ਸਕਦੇ ਹੋ? ਇਹਦੇ ਬਾਰੇ ਵੀ ਜਾਣਕਾਰੀ ਦਿਓ।
ਲੋਕਾਂ ਦੇ ਜੈਸੇ ਕਿ ਲੋਕਪਾਲ ਦੀ ਨਿਯੁਕਤੀ ਹੋਈ तो मैं इस विच स्टेट गवर्नमेंट ਦਾ और सेंट्रल गवर्नमेंट ਦਾ भी धन्यवाद करता हूं कि उन्होंने पब्लिक ਲਈ ये जो नियुक्ति की थी और उसके दौरान जैसे ही नियुक्ति होने के बाद जिला प्रशासन के द्वारा लोगों के बीच में इसकी जानकारी दी गई। सभी ब्लॉकों के अंदर दीवारों के अंदर वाल पेंटिंग की गई और उत्ते साडा जो लोकपाल का व्हाट्सएप नंबर दिता गया है उसका लोगों को बड़ा फायदा हुआ। तो वो सानू फोन करके भी दसते हैं और उससे काफ़ी लोगों को भी एक और नया विश्वास, क्योंकि एक्चुअल में लोकपाल का पद भी लोगों को सुविधावां और मनरेगा जो एक्ट है इनू सही तरह इंप्लीमेंट करने का ही हमारी भी ड्यूटी है। ਲੋਕ ਤੁਹਾਡੇ ਕੋਲ ਕੰਪਲੇਂਟ ਕਰਦੇ ਆ, ਹਾਂਜੀ ਤੁਸੀਂ ਉਹਦੇ ਸੰਬੰਧੀ ਅਵਾਰਡ ਪਾਸ ਕਰ ਦਿੰਦੇ ਆ, ਫੈਸਲਾ ਸੁਣਾ ਦਿੰਦੇ ਆ ਜੀ। ਉਹ ਫੈਸਲਾ ਜਿਹੜਾ ਹੈਗਾ ਉਹ ਕਿਹਨੇ ਲਾਗੂ ਕਰਨਾ ਹੈ ਜਾਂ ਉਸ ਫੈਸਲੇ ਨੂੰ ਕੌਣ ਕਿੱਥੇ चैलेंज ਕੀਤਾ ਜਾ ਸਕਦਾ ਹੈ, ਇਹਦੇ ਬਾਰੇ ਵੀ ਜਾਣਕਾਰੀ ਦਿਓ। जो अवार्ड सबसे पहले तो दसना चाहना है कि ये जो लोकपाल का पद है ये नेचुरल प्रिंसिपल ऑफ नेचुरल जस्टिस के ऊपर आधारित है। ये पद प्रिंसिपल ऑफ नेचुरल जस्टिस, इसमें एडवोकेट्स को भी हम लोग इंक्लूड नहीं करते क्योंकि यह जो स्कीम है समाज के उस तबके के लिए ही है जो सबसे गरीब होता है। क्योंकि लाइवलीहुड की स्कीम के तहत ये स्कीम शुरू की गई क्योंकि उन्हीं के द्वारा साडे नेशन में बिल्ड किया गया। तो जब असी अवार्ड पास करते हैं तो अवार्ड पास करने के बाद उसकी 2 महीने के अंदर अपील होती है। अपील जिसकी एक अपीलेट अथॉरिटी होती है जो स्टेट लेवल पे होती है जिसके 3 मेंबर होते हैं। ठीक है। तो अगर अवार्ड लोकपाल ने अवार्ड पास कर देता उसकी अपील केवल अपीलेट अथॉरिटी के पास होती है और इसको इम्प्लीमेंट करने की जिम्मेवारी जैसे हम अवार्ड पास करते हैं तो उस अवार्ड की साडी DPC डिस्ट्रिक्ट प्रोग्राम कोऑर्डिनेटर और ब्लॉक प्रोग्राम कोऑर्डिनेटर्स होते हैं। अच्छी सारी अवार्डा JDC को और DPC को माननीय डिप्टी कमिश्नर को जाती हैं। तो उन्होंने ही इस जो अवार्ड को इम्प्लीमेंट करना होता है और इसके लिए भी सरकार नू एक स्टेट सेटअप करना होता है जो नोडल डिपार्टमेंट अवार्ड को इम्प्लीमेंट करने के अवार्ड को ताकि वो क्योंकि 2 महीने के अंदर ये इम्प्लीमेंट होना जरूरी होता है और स्टेट डिपार्टमेंट इसको वो मॉनिटर करे और सेटअप करे। ਬਾਤਨ ਜੀ ਇੱਕ ਗੱਲ ਹੈ ਕਿ ਪੋਲੀਟੀਕਲ ਹੈ ਮਾਹੌਲ ਬਿਲਕੁਲ ਜਿਹਦੀ ਵੀ ਸਰਕਾਰ ਹੁੰਦੀ ਹੈ ਉਹ ਆਪਦੀ ਚੰਮਦੀਆਂ ਚਲਾਉਂਦੇ ਆ ਆਪਦੀਆਂ ਜੀ ਇੱਕ ਤਰ੍ਹਾਂ ਦੇ ਨਾਲ ਹਨਾ ਤੇ ਤੁਹਾਡੇ ਅਵਾਰਡ ਪਾਸ ਕੀਤੇ ਹੋਏ ਅਵਾਰਡ ਹੋ ਸਕਦਾ ਉਹਨਾਂ ਦੇ ਉਲਟ ਵੀ ਜਾਂਦੇ ਹੋਣ ਤਾਂ ਫਿਰ ਇਹੋ ਜਿਹੇ ਮਾਹੌਲ ਦੇ ਵਿੱਚ ਕੀ ਬਣਦਾ ਫਿਰ? सर ਅਸੀਂ संविधान ਦੇ ਨਾਲ जुड़े हुए हैं और सबसे बड़ी गल ये है कि ਅਸੀਂ जो ਸਾਡੀ ड्यूटी एज पर कॉन्स्टिट्यूशन जो साडी ड्यूटी ਦਿੱਤੀ ਗਈ ਸੀ उस ਦਿੱਤੀ गई ड्यूटी ਨੂੰ ਅਸੀਂ जो गरीब मेहनत मजदूर जो पसीना बहाते हैं उन लोगों के पसीनों को देखकर और न्याय को आधार रखते हुए ताकि किसी के साथ भी चाहे वो बड़ा हो छोटा हो यानी कि किसी के साथ भी अन्याय ना हो और हम उसी वाहिगुरु और अपने संविधान को साक्षी मानते हुए न्याय का प्रयास करते हैं और न्याय देते हैं। पॉलिटिकल पार्टी इस सीट पर बैठने के बाद यहाँ पर सिर्फ न्याय की बात होती है और प्रिंसिपल और नेचुरल जस्टिस की बात करते हैं। नहीं, जो मैं पूछना चाहता था कि आपके पास किए हुए अवार्ड सभी इम्प्लीमेंट हो जाते हैं? हाँ, अभी उनमें इम्प्लीमेंट करने में कुछ दिक्कतें हैं। हाँ, क्योंकि वहाँ पर मैं असी समझ पा रहे हैं कि साडा जो प्रशासन है अभी प्रशासन नू भी लोकपाल दी जो पावर्स हैं या लोकपाल का कार्य क्षेत्र है उन्होंने भी उसकी समझ नहीं है। तो असी सीधा दोष हुण नहीं दे सकते लेकिन स्टेट गवर्नमेंट नू चाहिए है
ਤੇ ਉਹ ਜੋ ਲੋਕਪਾਲ ਦੀ ਕਿਉਂਕਿ यह भी सरकार के द्वारा ही एक पद क्रिएट किया गया है ताकि लोगों ने दी समस्याओं को समाधान किया जा सके और इसके लिए डिस्ट्रिक्ट प्रशासन ਵੱਲੋਂ या स्टेट ਵੱਲੋਂ इनू टाइम बाउंड में इंप्लीमेंट किया जाना चाहिए है, नहीं तो फिर ये एक पद है जो सरकार द्वारा कॉन्स्टिट्यूशन है, संविधान है, तो संविधान का एक प्रकार से उल्लंघन है। तो आपके बताने के अनुसार आप एक तरह के जज हो, ਨਰੇਗਾ ਮਜ਼ਦੂਰਾਂ ਦੇ ਜੱਜ ਦੀ ਤਰ੍ਹਾਂ ਦੀ ਭੂਮਿਕਾ ਨਿਭਾ ਰਹੇ ਹੋ ਤੁਸੀਂ, ਹੈ ਨਾ? ਜੋ ਤੁਸੀਂ ਉਹਨਾਂ ਦਾ ਫੈਸਲਾ ਕਰਤਾ ਉਹ ਲਾਗੂ ਹੋਣਾ ਹੀ ਹੋਣਾ ਹੈ, ਔਰ ਉਹਦੀ ਅਪੀਲ ਹੈ ਜਿਹੜੀ ਉਹ ਕਿਤੇ ਵੀ ਨਹੀਂ ਹੋ ਸਕਦੀ, ਨਾ ਡੀਸੀ ਕੋਲੇ ਜਾਂ ਐਸਟੀਐਮ ਕੋਲੇ ਜਾਂ ਹੋਰ ਉੱਪਰ ਜਿਹੜੀ ਕਮੇਟੀ 3 ਮੈਂਬਰੀ ਬਣੀ ਆ ਉਹਦੇ ਕੋਲੇ ਹੀ ਅਪੀਲ ਹੋਣੀ ਹੈ ਤੇ ਕੋਰਟ ਦੇ ਵਿੱਚ ਹੀ ਉਹਨੂੰ ਜਿਹੜਾ ਚੈलेंज ਕੀਤਾ ਜਾ ਸਕਦਾ ਹੈ। बिल्कुल आप सही कह रहे हैं कि इसकी अपील केवल एपिलेट जो अथॉरिटी है, जो 3 लोगों की एपिलेट अथॉरिटी है, वो भी मोस्ट सीनियर पर्सन होते हैं जिसमें 30 इयर्स का उनका अनुभव फील्ड का होना चाहिए है, या वो एमिनेट पर्सनैलिटी हो, क्वालिफिकेशंस हो, या बड़े अधिकारी वो रह सकते हैं। तो वो जब अपील होती है तो वो उसके ऊपर उसकी सुनवाई होती है। तो एक तरह से तो यही है कि आपका डिसीजन फाइनल होता है, आपने जो उसको मेरिट के आधार पे करना होता है। एक तरह जज जो फैसला कर देता है कोर्ट में वो जैसे लागू होता है वैसे ही ये लागू होता है। हाँ बिल्कुल महेंद्र जी, आप सही कह रहे हो। और इसमें हमें जब हम अवार्ड पास करते हैं तो असी पूरी तरह से असी जो कार्रवाई करते हैं जिसके अंदर असी उन्होंने बुलाते हैं, लिखित में बयान लेते हैं, और सबसे बड़ी गल कि साडा जो अवार्ड होता है उसके अंदर न्याय झलकना चाहिए, असी वो भी प्रयास करते हैं। बिल्कुल, ताकि कोई भी वे व्यक्ति है वो ये समझ सके कि ताकि जो जिसके खिलाफ फैसला गया है तो साडा ये भी फर्ज होता है कि उन्होंने भी ये अवार्ड विच दिखाया जाए कि नहीं ਇੱਥੇ ਇਸ ਕਾਨੂੰਨ ਦੇ ਤਹਿਤ ਜਾਂ ਇਸ ਪ੍ਰਕਾਰ ਦੇ ਤਹਿਤ ਇੱਥੇ ਤੁਹਾਡੀ ਗਲਤੀ ਸੀਗੀ। ਹਾਂ, ਤੁਹਾਡਾ ਉਹਦਾ ਬੜਾ ਉੱਚਾ ਤੇ ਸੁੱਚਾ, ਜਿਹਨੂੰ ਮੈਂ ਕਹੂੰਗਾ ਵੀ ਉਹ ਕਹ ਲਓ ਡਿਗਨਿਟੀ ਵੀ ਹੈ ਉਹਦੀ ਬਹੁਤ, ਤੇ ਤੁਸੀਂ ਉੱਪਰ ਵੀ ਬੈਠੇ ਹੋ ਸਾਰਿਆਂ ਦੇ। ਉਹ ਇਹ ਜਿਹੜੀ ਅਹੁਦਾ ਹੈ, ਮੈਂ ਪੜ੍ਹਿਆ ਤੁਹਾਡੇ ਆਰਡਰਾਂ ਦੇ ਵਿੱਚ ਕਿ ਵੀ ਤੁਹਾਨੂੰ ਜਿਹੜੇ ਕਲਾਸ 1 ਆਫੀਸਰ ਦੇ ਬਰਾਬਰ ਹੈ ਜਿਹੜੇ ਸਾਰੀਆਂ ਫੈਸਿਲਿਟੀਜ਼ ਮਿਲਣੀਆਂ, ਈਵਨ ਕਿ ਤੁਹਾਨੂੰ ਜਿਹੜਾ ਕਨਵੇਅੰਸ ਅਲਾਉਂਸ ਵਗੈਰਾ, ਗੱਡੀ ਵਗੈਰਾ, ਸਿਟਿੰਗ ਵਗੈਰਾ ਤੁਹਾਨੂੰ ਜਿਹੜਾ ਹੈਗਾ ਉਹ ਸਾਰੀ ਕਲਾਸ 1 ਆਫੀਸਰਸ ਵਾਂਗੂ ਦੇਣੀ ਬਣਦੀ ਹੈ। ਤਾਂ ਕੀ ਇਹ ਦਿੱਤੀ ਜਾ ਰਹੀ ਹੈ? ਕਿਉਂਕਿ ਮੈਨੂੰ ਲੱਗਿਆ ਕਿ ਤੁਹਾਡਾ ਕਮਰਾ ਬੜਾ ਛੋਟਾ ਹੈ ਤੇ ਤੁਹਾਡੇ ਕੋਲ ਆਉਣ ਵਾਲੇ ਲੋਕ ਆ ਜਿਹੜੇ ਉਹ ਬਹੁਤ ਜ਼ਿਆਦਾ ਹੁੰਦੇ ਹੋਣਗੇ, ਕਿਉਂਕਿ ਨਰੇਗਾ ਦੇ ਮਜ਼ਦੂਰ ਤਾਂ ਜਦੋਂ ਆ ਜਾਂਦੇ ਆ ਉਹ ਤਾਂ 150-100 ਦੀ ਗਿਣਤੀ ਦੇ ਵਿੱਚ ਤਾਂ ਆਰਾਮ ਨਾਲ ਆਉਂਦੇ ਇੱਕ ਪਿੰਡ ਦੇ ਵਿੱਚੋਂ। ਹਾਂਜੀ, ਫਿਰ ਕੀ ਤੁਹਾਨੂੰ ਕੋਈ ਸਮੱਸਿਆ ਨਹੀਂ ਆਉਂਦੀ ਇਸ ਤਰ੍ਹਾਂ ਉਹਨਾਂ ਨੂੰ ਡੀਲ ਕਰਨ ਦੇ ਵਿੱਚ? हाँ नहीं, अभी कुछ समस्याएं आ जाती हैं क्योंकि अभी जैसे ही ये नए पद अभी अलॉट हुए हैं तो धीरे धीरे कोई भी जब नया पद आता है तो उसको बनाने में थोड़ा सा समय लग जाता है। वैसे तो काफ़ी सुविधाएं असी साडू मिली हुई हैं, लेकिन असी जब कई बार ज़्यादा लोग आ जाते हैं तो असी जो सामने वाला जो कमरा है तो असी उसनू भी कभी कभी यूज कर लेते हैं। लेकिन फिर भी कि अभी कोशिश है कि वो सब धीरे धीरे जो प्रशासन है वो और सुविधाओं को टाइम टू टाइम सानू देने का प्रयास कर रहा है और कोशिश की जा रही है। तो साडी भी कोशिश है कि जो असी जन सुनवाई के लिए जो साडे देश के बिल्डर हैं, मैं तो ये मानता हूँ जो साडे वर्कर्स हैं वो नींह में पसीना बहाते हैं, उन्हीं से तो सारी बिल्डिंगें, सारे मकान बने हुए हैं। तो वो ऐसा महसूस करें, आके बैठें और सारे आराम से उनको दिल को तसल्ली हो कि साडी सुनवाई सरकार वालों या पंजाब सरकार वालों और सेंटर वालों उपराले किए गए हैं। साडी पोस्ट भी जो पंजाब सरकार ने लोकपाल की नियुक्ति की है तो सरकार का एक सराहनीय कदम है। बिल्कुल। लेकिन थोड़ी बहुत हैं अभी समस्याएं छोटी हैं, उनको भी अभी स्टेप बाय स्टेप हम लोग सोल्व करने का प्रयास करवा रहे हैं प्रशासन से। ਤੁਹਾਡੇ ਅਪਾਇੰਟਮੈਂਟ ਲੈਟਰਸ ਦੇ ਵਿੱਚ ਮੈਂ ਪੜ੍ਹਿਆ ਕਿ ਵੀ ਤੁਹਾਨੂੰ ਪਰ ਸਿਟਿੰਗ ਹੈ ਜਿਹੜਾ ਪੇ ਦੇਣ ਦਾ ਜਿਹੜਾ ਹੈਗਾ ਗੱਲ ਕੀਤੀ ਗਈ ਹੈ ਉਹਦਾ, ਉਹ ਪਰ ਸਿਟਿੰਗ ਦਾ ਮਤਲਬ ਕੀ ਹੈ? दरअसल पर सीटिंग का यह मतलब है कि असी मुलाजिम नहीं है, असी नौकर नहीं है। इस पद को
इसलिए गरिमापूर्ण रखा गया है कि आप 20 सीटिंग साडी मैक्सिमम हो सकती हैं एक महीने ਦੇ ਵਿੱਚ एक महीने में। उससे उत्ते असी अगर 20 मैक्सिमम सीटिंग होती हैं तो उसके अनुसार ही साढ़ा 45,000 रुपये जो मानदेय है उन एरिया में वो मिलता है। इसके अलावा असी अगर साडा ऑफिस का मतलब लोकपाल के कार्यालय का अगर काम हम 15 दिन का है तो हम 15 दिन अगर सीटिंग में आते हैं तो 15 दिन का ही हम लोग सीटिंग अलाउंस क्लेम करते हैं। अगर 10 दिन आते हैं तो 10 दिन का ही सिटिंग अलाउंस हम क्लेम करते हैं। लेकिन इसके पीछे बहुत जो बड़ी बात है, जो नेचुरल जस्टिस की हम लोग बात करते हैं, यह एक टाइम बाउंड नहीं है, क्योंकि एक फैसले को देने के लिए ये सारा का सारा ब्रेन एक्सरसाइज है लोकपाल की। बिल्कुल बिल्कुल बिल्कुल। यानी कि उसे कितनी चीजों का चिंतन करना पड़ता है, मंथन करना पड़ता है कि ताकि किसी के साथ भी असी उत्थे तक भी मेहनत करनी पैंदी है कि ताकि किसी भी न्यायिक सही व्यक्ति के साथ गलत ना हो। क्योंकि जो कानून ये कहता है भारतीय संविधान के 99% भले दोषी छूट जाए पर 1% भी ईमानदार को वो सजा नहीं होनी चाहिए। बिल्कुल। इसलिए असी जो वर्क है दिखाई कम देता है, लेकिन एक्चुअल में बहुत जिम्मेवारी ਦਾ ਕਾਰਜ ਹੈਗਾ। ਫਿਰ ਜੋ ਜਿਵੇਂ ਤੁਹਾਡੀ ਗੱਡੀ ਵਗੈਰਾ ਦੀ ਐਂਟਾਈਟਲਮੈਂਟ ਹੈਗੀ ਹੈ, ਜਿਵੇਂ ਤੁਸੀਂ ਪਿੰਡਾਂ ਦੇ ਵਿੱਚ ਜਾਣਾ ਹੁੰਦਾ ਹੈ ਵਿਜ਼ਿਟ ਕਰਨ ਵਾਸਤੇ, ਤਾਂ ਫਿਰ ਤੁਹਾਨੂੰ ਗੱਡੀ ਵਗੈਰਾ ਐਡਮਿਨਿਸਟ੍ਰੇਸ਼ਨ ਵੱਲੋਂ प्रोवाइड करवाई जाती है? हाँ, वैसे तो जो प्रोविजन है उसमें सारी की सारी जो रिस्पॉन्सिबिलिटी है एडमिनिस्ट्रेशन के द्वारा ही सानू दी जानी है। अगर हम किसी फील्ड पे चेकिंग के लिए जाते हैं उत्थे हर प्रकार की सोशल सिक्योरिटी हो, एवरीथिंग, हाँ, वो जिला प्रशासन दी ही ड्यूटी है। तो कभी कभी ऐसी जब जरूरत पैंदी है तो सरकार का भी साधन ले लेते हैं, लेकिन कभी कभी सरकार के पास भी नहीं होता तो फिर वो प्राइवेट या अपनी गाड़ी से भी हम लोग जा सकते हैं। ये प्रोविजन है। उसका पीओएल आपको मिल जाता है जो वो टाइटल्ड है आप? हाँ, वो मिल जाता है। वो जो अलाउंसेज हैं, टीए अलाउंस हैं, डी हैं, वो सरकार द्वारा देते जाते हैं। ओके। आपको ऑफिस में जो अवार्ड वगैरह पास करने होते हैं उसके लिए क्लरिकल वर्कर्स की भी लोड पड़ती होगी? हाँ जी, हाँ, हमारे उसके लिए फिर क्या प्रोविजन है आपके पास? हाँ, उसके लिए क्योंकि साडे गाइडलाइंस असी सारा का सारा जो इम्प्लीमेंटेशन है असी MORD की मिनिस्ट्री ऑफ रूरल डेवलपमेंट गवर्नमेंट इंडिया की गाइडलाइंस है लोकपाल की। जैसे कि असी 1 महीने के अंदर ही अवार्ड असी पास करना होता है, टाइम बाउंड है। हाँ, अगर मान ली कोई अवार्ड डिले होता है तो फिर कारण होते हैं, क्योंकि गरीब लोगों को न्याय मान लीजिए वर्कर है उसने एक दिन दी 322 रुपये का काम किया, लेकिन अगर मान लीजिए उन्होंने एक दिन का 322 रुपये नहीं मिला और उस 322 रुपये के लिए इन्हें चक्कर काटने पै गए। कई बार तो सोच गए कि सर एक दिन के लिए मैं कितने जाऊंगा, उससे ज्यादा मान लीजिए कई जिला में डिस्ट्रिक्ट दूर पै जाता है, इन्हें तो लोकपाल के ऑफिस के लिए किराए पै जाऊगा। लेकिन सरकार वालों ये लोकपाल दे लिए असी ऑनलाइन भी असी एप्लीकेशन लेंदे हैं, इलेक्ट्रॉनिक मीडिया नाल भी असी कंप्लेंट रिसीव कर सकते हैं असी, और फिजिकली भी मतलब सरकार वालों लोकपाल दे लो असी ऐप भारत सरकार का अलग से साडा ऐप हैगा। वो ऐप का नाम क्या है सर? हाँ, ओम्बड्समैन ऐप है। ओम्बड्समैन, हाँ, तो भारत सरकार का उस पर असी अपलोड करते हैं, अवार्ड अपलोड करते हैं, फैसले अपलोड करते हैं, तो कोई भी व्यक्ति उन्हें देख सकता है। हाँ, तो इसलिए जो लोग हैं तो इसीलिए फिर वो जो आते हैं इसीलिए इसको न्याय से भी जुडिशरी लॉ को बाहर रखते हैं। अगर एडवोकेट बीच में आ गया तो मुश्किल हो जाएगा, बोल जाऊंगा। तो 1 महीने के अंदर ऐसी अवार्ड पास करनी होती है। 2 महीने के अंदर एक्शन टेकन रिपोर्ट, इम्प्लीमेंटेशन वो डिस्ट्रिक्ट प्रशासन और स्टेट की ही ड्यूटीज है। वो
ਸਿੰਪਲੀ ਮੈਂ अन्य शब्दों में ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਵੇਂ ਕਿ ਅਸੀਂ ਜੁਡੀਸ਼ਰੀ ਵਿੱਚ ਵੀ ਜੱਜ ਨੇ ਆਰਡਰ ਪਾਸ ਕਰ ਦਿੱਤਾ ਤਾਂ ਇੰਪਲੀਮੈਂਟ ਕਰਨੇ ਦੀ ਜ਼ਿੰਮੇਵਾਰੀ ਪੁਲਿਸ ਦੀ पुलिस होती है, की, प्रशासन की। प्रशासन दी होती है। तो ਇੱਥੇ भी यहाँ पर भी ਅਸੀਂ अवार्ड पास कर देते हैं, उसमें ऐसी डायरेक्शन है जारी वो कर देते हैं। तो जिला प्रशासन उस रिपोर्ट ਨੂੰ क्वार्टरली ਅਸੀਂ भेजते हैं, 6 मंथली और एनुअली। तो प्रशासन उस पर गौर करता है, गौर करते हुए उन समस्याओं ਨੂੰ हल करने ਲਈ प्रयास करता है। ਬਿਲਕੁਲ ਬਿਲਕੁਲ। ਸੋ ਇਹ ਨੇ ਰਣਬੀਰ ਸਿੰਘ ਬਤਾਨ ਜੋ ਕਿ ਲੋਕਪਾਲ ਫਰੀਦਕੋਟ ਨੇ ਇਸ ਵਕਤ, ਔਰ ਇਹਨਾਂ ਨੇ ਇਸ ਸਕੀਮ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਲੋਕ ਉਹਨਾਂ ਤੱਕ ਅਪਰੋਚ ਕਰ ਸਕਦੇ ਆ, ਡਿਜੀਟਲੀ ਵੀ WhatsApp ਰਾਹੀਂ ਵੀ ਆਪਣੀ ਐਪਲੀਕੇਸ਼ਨ ਆ ਜਾਂ ਆਪਣੀ ਕੰਪਲੇਂਟ ਆ ਜਿਹੜੀ ਉਹ ਭੇਜ ਸਕਦੇ ਆ, ਔਰ ਉਹਦੇ ਤੇ 1 ਮਹੀਨੇ ਦੇ ਵਿੱਚ ਫੈਸਲਾ ਕਰਨਾ ਹੁੰਦਾ ਹੈ, ਔਰ 2 ਮਹੀਨੇ ਦੇ ਵਿੱਚ ਜਿਹੜਾ ਹੈਗਾ ਉਹਦਾ ਐਕਸ਼ਨ ਟੇਕਨ ਰਿਪੋਰਟ ਆ ਜਿਹੜੀ ਉਹ ਵੀ ਤਿਆਰ ਕਰਨੀ ਹੁੰਦੀ ਹੈ। ਸੋ ਬਿਲਕੁਲ ਟਾਈਮ ਬਾਉਂਡ ਹੈ ਸਾਰਾ ਕੁਝ। ਸੋ ਜਿੰਨੇ ਵੀ ਨਰੇਗਾ ਮਜ਼ਦੂਰ ਪਿੰਡਾਂ ਦੇ ਵਿੱਚ ਕੰਮ ਕਰਦੇ ਉਹਨਾਂ ਦੇ ਲਈ ਇਹ ਬੜੀ ਕੰਮ ਦੀ ਗੱਲ ਹੈਗੀ ਆ, ਕਿਉਂਕਿ ਆਮ ਤੌਰ ਤੇ ਮੈਂ ਬਹੁਤ ਸਾਰੇ ਮਜ਼ਦੂਰਾਂ ਨੂੰ ਵੀ ਇਹ ਗੱਲ ਪੁੱਛੀ ਹੈ, ਉਹਨਾਂ ਨੂੰ ਪਤਾ ਹੀ ਨਹੀਂ ਕਿ ਲੋਕਪਾਲ ਦਾ ਅਹੁਦਾ ਜਿਹੜਾ ਕੀ ਹੈ ਤੇ ਕਿੱਥੇ ਹੈ। ਸੋ ਇਸੇ ਕਰਕੇ ਜੀਡੀਪੀ ਨਿਊਜ਼ ਵੱਲੋਂ ਇਹ ਇਨੀਸ਼ੀਏਟਿਵ ਲਿਆ ਗਿਆ ਕਿ ਨਰੇਗਾ ਮਜ਼ਦੂਰਾਂ ਦੇ ਨੂੰ ਜਿਹੜਾ ਹੈਗਾ ਉਹਨਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਵਾਸਤੇ, ਜਾਂ ਉਹਨਾਂ ਦੇ ਨਾਲ ਜੋ ਧੱਕੇ ਹੋ ਰਹੇ ਆ, ਜਾਂ ਉਹਨਾਂ ਨਾਲ ਜੋ ਵਧੀਕੀਆਂ ਹੋ ਰਹੀਆਂ, ਰੁਜ਼ਗਾਰ ਪੂਰਾ ਨਹੀਂ ਮਿਲ ਰਿਹਾ, ਜਾਂ ਪਿੰਡ ਪੱਧਰ ਤੇ ਉਹ ਰਾਜਨੀਤੀ ਦਾ ਸ਼ਿਕਾਰ ਹੋ ਰਿਹਾ, ਤਾਂ ਉਹ ਸਾਰੀਆਂ ਸਮੱਸਿਆਵਾਂ ਉਹ ਆਪਣੇ ਜ਼ਿਲ੍ਹੇ ਦੇ ਲੋਕਪਾਲ ਕੋਲੇ ਰੱਖ ਸਕਦੇ ਆ, ਔਰ ਉਹਨਾਂ ਸਮੱਸਿਆਵਾਂ ਦਾ ਜਿਹੜਾ ਕਾਨੂੰਨ ਮੁਤਾਬਕ ਜੋ ਵੀ ਹੱਲ ਬਣਦਾ ਹੈ ਉਹ ਜ਼ਿਲ੍ਹੇ ਦੇ ਲੋਕਪਾਲ ਵੱਲੋਂ ਕੀਤਾ ਜਾਂਦਾ ਹੈ। ਔਰ ਇੱਥੇ ਇਹ ਗੱਲ ਬੜੀ ਇੰਪੋਰਟੈਂਟ ਹੈ ਕਿ ਲੋਕਪਾਲ ਦੇ ਫੈਸਲੇ ਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਾਂ ਪੋਲੀਟੀਕਲ ਪਾਰਟੀਆਂ ਨਹੀਂ ਬਦਲ ਸਕਦੀਆਂ। ਇਹ ਇੱਕ ਤਰ੍ਹਾਂ ਦੇ ਨਾਲ ਨਰੇਗਾ ਦੇ ਜੱਜ ਨੇ ਜ਼ਿਲ੍ਹੇ ਦੇ ਉੱਤੇ ਇੱਕ, ਤੇ ਇਹਨਾਂ ਵੱਲੋਂ ਜੋ ਵੀ ਫੈਸਲਾ ਦਿੱਤਾ ਜਾਂਦਾ ਹੈ ਉਹ ਤਕਰੀਬਨ 99% ਹੂ ਲਾਗੂ ਹੁੰਦਾ ਹੈ। ਸਿਰਫ ਕੁਝ ਕੇਸਾਂ ਦੇ ਵਿੱਚ ਜਿਹੜਾ ਹੈਗਾ ਉਹਦੀ ਅਪੀਲ ਹੈ ਜਿਹੜੀ ਪਾਈ ਜਾ ਸਕਦੀ ਹੈ, ਔਰ ਅਪੀਲ ਦੇ ਵਿੱਚ ਵੀ ਫੈਸਲਾ ਜਿਹੜਾ ਰਿਵਰਟ ਹੋਣ ਦੀ ਸੰਭਾਵਨਾ ਜਿਹੜੀ ਉਹ ਬਹੁਤ ਘੱਟ ਹੁੰਦੀ ਹੈ। ਇਸ ਕਰਕੇ 1% ਦੀ ਜਿਹੜੀ ਇਹਦੇ 'ਚ ਸੰਭਾਵਨਾ ਰੱਖੀ ਹੈ ਕਿ 99% ਜਿਹੜੇ ਉਹ ਫੈਸਲੇ ਲਾਗੂ ਹੁੰਦੇ ਆ। ਸੋ ਰਣਬੀਰ ਸਿੰਘ ਬਤਾਨ ਜੀ ਜੀਡੀਪੀ ਨਿਊਜ਼ ਦੇ ਨਾਲ ਬਣੇ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਸਰ। ਧੰਨਵਾਦ, ਆਪਨੇ ਸਾਡੇ ਨਾਲ ਗੱਲ ਕੀਤੀ ਔਰ ਪਬਲਿਕ ਦੇ ਹਿੱਤਾਂ ਦੇ ਲਈ ਸਰਕਾਰ ਵੱਲੋਂ ਕੀਤੇ ਗਏ ਉਪਰਾਲੇ ਨੂੰ ਅਸੀਂ ਲੋਕਾਂ ਵਿੱਚ ਤੁਸੀਂ ਪਹੁੰਚਾ ਰਹੇ ਹੋ, ਤਾਂ ਆਪਕਾ ਵੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ।